ਹੁਣ ਜਿਹੜਾ ਸਥਾਨ ਆ ਸਮਾਂ ਆ ਮੀਟਿੰਗ ਦਾ ਟਾਈਮ ਆ ਉਹ ਸਟੇਜ ਦਾ ਦਿੱਤਾ ਜਾਵੇ ਜੀ। ਪਹਿਲਾਂ ਤੋਂ ਗੱਲ ਦੱਸਦਾ ਕਿ ਪੰਜਾਬ ਲਈ ਤਾਂ ਸਾਰੇ ਕਾਨੂੰਨ ਕਾਲੇ ਹੀ ਰਹੇ ਨੇ। 1947 ਤੋਂ ਲੈ ਕੇ ਜੇ ਵੰਡ ਦੀ ਗੱਲ ਕਰੀਏ ਅਸੀਂ ਤਾਂ ਵੰਡ ਹਿੰਦੁਸਤਾਨ ਦੀ ਨਹੀਂ ਹੋਈ, ਵੰਡ ਪੰਜਾਬ ਦੀ ਹੋਈ ਆ। ਸਾਨੂੰ ਬਹੁਤ ਦੁੱਖ ਹੈ, ਸਾਡੇ ਨਾਲ ਇਸ ਦੁੱਖ ਦੀ ਘੜੀ ਵਿੱਚ ਕੋਈ ਖੜਾ ਨਹੀਂ ਹੈਗਾ। ਜਦੋਂ ਦਾ ਦੇਸ਼ ਦਾ ਪੇਟ ਭਰਨ ਦੀ ਗੱਲ ਸੀ 1966 ਹਰੀ ਕ੍ਰਾਂਤੀ ਤੋਂ ਲੈ ਕੇ ਸਾਡਾ ਇਹਨਾਂ ਨੇ ਪਾਣੀ ਮੁਕਾਤਾ। ਸਾਡਾ ਜੇ ਹੁਣ ਅਸੀਂ ਕਿਸਾਨ ਸਾਡਾ ਜਿਹੜਾ ਐਨ ਮਾਰਨੇ ਦੇ ਕੰਢੇ ਤੇ ਖੜਾ ਆ, ਹੁਣ ਇਹਨਾਂ ਨੇ ਕਾਲੇ ਕਾਨੂੰਨ ਪਾਸ ਕਰਤੇ। ਜੇਕਰ ਬੇਅੰਤ ਸਿੰਘ ਨੂੰ ਸੋਧਾ ਲਾਇਆ ਜਾਂ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਗਿਆ, ਉਹਦੇ ਵਿੱਚ ਜੇਕਰ ਸਾਡੇ ਕੁਝ ਬੰਦੇ ਦੋਸ਼ੀ ਪਾਏ ਗਏ ਨੇ, ਜਿਹੜੀ ਟਾਡਾ ਲੱਗੀ ਸੀ, ਚਾਹੇ ਉਹ ਜਗਤਾਰ ਹਵਾਰਾ ਸੀ, ਚਾਹੇ ਪਰਮਜੀਤ ਸਿੰਘ ਭਿਓਰਾ ਸੀ, ਰਾਜੋਆਣਾ ਸੀ, ਟਾਡਾ ਸੰਜੇ ਦੱਤ ਤੇ ਵੀ ਲੱਗੀ ਸੀ, ਤੇ ਸੰਜੇ ਦੱਤ ਨੂੰ ਜ਼ਮਾਨਤਾਂ ਕਿਉਂ? ਹੁਣ ਮੈਂ ਤਾਂ ਅੰਨਾ ਹਜ਼ਾਰੇ ਨੂੰ ਵੀ ਇੱਥੇ ਲੱਭ ਰਿਹਾ ਵੀ ਅੰਨਾ ਹਜ਼ਾਰੇ ਹੁਣੀ ਕਿੱਥੇ ਆ। ਹਾਲੇ ਵੀ ਅਲਟੀਮੇਟਮ ਦੇਈ ਜਾਂਦੇ ਸਰਕਾਰ ਨੂੰ। 1 ਮਹੀਨੇ ਤੋਂ ਕਿਸਾਨ ਸੜਕਾਂ ਤੇ ਠੰਡ 'ਚ ਤੜਫ ਰਿਹਾ। ਬਾਬਾ ਰਾਮਦੇਵ ਜੀ ਹੁਣੀ ਕਿੱਥੇ ਆ, ਜਿਨ੍ਹਾਂ ਦੇ ਪਤੰਜਲੀ ਪ੍ਰੋਡਕਟ ਸਾਡੇ ਪੰਜਾਬੀਆਂ ਨੇ ਕਾਮਯਾਬ ਕੀਤੇ। ਮੇਰੀ ਹੱਥ ਬੰਨ੍ਹ ਕੇ ਅਪੀਲ ਆ, ਪੰਜਾਬ ਹਰਿਆਣਾ ਜਿੰਨੇ ਵੀ ਕਿਸਾਨ ਪੱਖੀ ਮਜ਼ਦੂਰ ਪੱਖੀ ਬੰਦੇ ਆ, ਇਹਨਾਂ ਸਾਰੀਆਂ ਕੰਪਨੀਆਂ ਦਾ ਬਾਈਕਾਟ ਕੀਤਾ ਜਾਵੇ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਇਮਰਾਨ ਖਾਨ। ਲਗਾਤਾਰ ਤੁਹਾਨੂੰ ਸਿੰਘੂ ਬਾਰਡਰ ਤੋਂ ਪਲ-ਪਲ ਦੀ ਜਾਣਕਾਰੀ ਦੇ ਰਹੇ ਹਾਂ। ਅਸੀਂ ਅੱਜ ਕਿਸਾਨੀ ਅੰਦੋਲਨ ਸਿਖਰਾਂ ਤੇ ਪਹੁੰਚ ਚੁੱਕਿਆ। ਲਗਭਗ 1 ਮਹੀਨਾ ਹੋਣ ਵਾਲਾ ਸਿੰਘੂ ਬਾਰਡਰ ਤੇ ਕਿਸਾਨ ਜਿਹੜਾ ਅੰਨਦਾਤਾ ਦੇਸ਼ ਦਾ ਉਹ ਡਟਿਆ ਹੋਇਆ ਆਪਣੇ ਮੰਗਾਂ ਨੂੰ ਲੈ ਕੇ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ 1 ਮਹੀਨੇ ਤੋਂ ਵੱਧ ਸਮਾਂ ਸਿੰਘੂ ਬਾਰਡਰ ਤੇ ਹੋ ਗਿਆ। ਲਗਭਗ 3 ਮਹੀਨੇ ਹੋ ਗਏ ਪੰਜਾਬ ਤੋਂ ਉੱਠਿਆ ਇਹ ਅੰਦੋਲਨ ਹੁਣ ਪੂਰੇ ਦੇਸ਼ ਦੇ ਨਾਲ ਵਿਦੇਸ਼ਾਂ ਤੱਕ ਵੀ ਆਵਾਜ਼ ਦੀ ਗੂੰਜਣ ਲੱਗੀ। ਪਰ ਕੇਂਦਰ ਸਰਕਾਰ ਦਾ ਉਹੀ ਰਵੱਈਆ ਦੇਖਣ ਨੂੰ ਮਿਲ ਰਿਹਾ। ਇੱਥੇ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਨੇ ਜੋ ਪੰਜਾਬ ਦੇ ਹੋਣ, ਭਾਵੇਂ ਹਰਿਆਣਾ ਦੇ ਹੋਣ, ਭਾਵੇਂ ਮਹਾਰਾਸ਼ਟਰ ਦੇ ਹੋਣ, ਹਰ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਕਰ ਰਹੇ ਨੇ। ਤੇ ਸਾਡੇ ਨਾਲ ਮੌਜੂਦ ਨੇ ਸਿਉਨਾ ਪਿੰਡ ਦੇ ਕੁਝ ਨੌਜਵਾਨ ਕਿਸਾਨ, ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਲਗਾਏ ਗਏ ਨੇ। ਸਿਉਨਾ ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਸਰਪੰਚ ਹਰਬਿੰਦਰ ਸਿੰਘ ਜੀ ਨਾਲ। ਹਰਬਿੰਦਰ ਜੀ, ਤੁਸੀਂ ਕਦੋਂ ਤੋਂ ਇੱਥੇ ਜਿਹੜੇ ਆਏ ਹੋ? ਕਿਉਂਕਿ ਪੰਜਾਬ ਤੋਂ ਸ਼ੁਰੂ ਹੋਇਆ ਸੀ ਇਹ, ਅੱਜ ਦੇਸ਼ਾਂ ਦੇ ਨਾਲ ਵਿਦੇਸ਼ਾਂ ਤੱਕ ਪਹੁੰਚ ਗਿਆ। ਤੁਸੀਂ ਕਦੋਂ ਤੋਂ ਸੇਵਾ ਸ਼ੁਰੂ ਕੀਤੀ ਆ? ਬ੍ਰਦਰ ਅਸੀਂ ਪਹਿਲਾਂ ਤਾਂ ਅਸੀਂ 4 ਦਸੰਬਰ ਤੋਂ ਲੈ ਕੇ 8 ਦਸੰਬਰ ਤੱਕ ਇੱਥੇ ਡਿਊਟੀ ਕੀਤੀ ਸੀ। ਉਹਦਾ ਕਾਰਨ ਇਹ ਸੀ, ਸਾਡਾ ਜਿਹੜਾ ਏਰੀਆ ਸੀ ਉਹ ਸਬਜ਼ੀ ਦਾ ਏਰੀਆ ਆ ਜੀ। ਇਹਦੇ ਕਰਕੇ ਅਸੀਂ ਥੋੜ੍ਹਾ ਜਿਹਾ ਪਿਛੜ ਗਏ ਸੀ। ਫਿਰ ਹੁਣ ਜਦੋਂ ਸਾਡੀ ਫਸਲ ਬੀਜੀ ਗਈ, ਉਸ ਤੋਂ ਬਾਅਦ ਹੁਣ ਸਾਨੂੰ ਲਗਾਤਾਰ 7 ਦਿਨ ਹੋ ਗਏ ਜੀ। ਅੱਜ ਆਏ ਨੂੰ ਅਸੀਂ ਵੱਖ-ਵੱਖ ਤਰ੍ਹਾਂ ਦੇ ਲੰਗਰ ਜੋ ਵੀ ਅਸੀਂ ਡੋਨੇਸ਼ਨ ਇਕੱਠੀ ਕਰ ਸਕਦੇ ਸੀ ਆਪਣੇ ਵੱਲੋਂ, ਕਿਸਾਨ ਵੀਰਾਂ ਵੱਲੋਂ, ਕਿਉਂਕਿ ਸੰਘਰਸ਼ ਬੜਾ ਲੰਬਾ ਆ ਜੀ, ਲੰਬਾ ਚੱਲਣ ਦੀ ਉਮੀਦ ਆ। ਕਿਉਂਕਿ ਜਿਹੜਾ ਮੋਦੀ ਸਰਕਾਰ ਆ ਉਹ ਹਜੇ ਮੰਨਣ ਵਾਲੀ ਨਹੀਂ ਆ। ਉਹਨਾਂ ਦੇ ਧੌਣ 'ਚ ਸਰੀਆ ਅੜਿਆ। ਉਹ ਪੰਜਾਬ ਤੇ ਹਰਿਆਣਾ ਨੂੰ ਇੱਕ ਤਰ੍ਹਾਂ ਖੂੰਜੇ ਲਾ ਕੇ ਉਹ ਆਪਣਾ ਜਿਹੜਾ ਸਿੱਕਾ ਚਲਾਉਣਾ ਚਾਹੁੰਦੀ ਆ। ਪਰ ਪੰਜਾਬ ਦਾ, ਹਰਿਆਣਾ ਦਾ ਕਿਸਾਨ ਤੇ ਨਾਲ ਹੁਣ ਸਾਡੇ ਪੂਰੇ ਦੇਸ਼ ਦਾ ਕਿਸਾਨ ਡਟ ਚੁੱਕਿਆ। ਤਾਂ ਇਹਨਾਂ ਦੀਆਂ ਜਿਹੜੀ ਵਧੀਕੀਆਂ ਆ ਉਹਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਜਦ ਤੱਕ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਨਹੀਂ ਰੱਦ ਹੁੰਦੇ, ਅਸੀਂ ਇਸੇ ਤਰ੍ਹਾਂ ਡਟੇ ਰਵਾਂਗੇ। ਅਸੀਂ ਕੁਛ ਕੱਲ੍ਹ ਟਿੱਕਰੀ ਬਾਰਡਰ ਤੇ ਸਾਡੀ ਡਿਊਟੀ ਲੱਗੀ ਸੀ, ਉੱਥੇ ਅਸੀਂ ਦੁੱਧ ਦੇ ਲੰਗਰ ਤੇ ਅਸੀਂ ਖਜੂਰਾਂ ਦਾ ਲੰਗਰ, ਕੋਈ ਪਿਆਜ਼ ਲੈ ਕੇ ਗਏ ਸੀ ਤੇ ਬਾਲਣ ਸੀਗਾ ਟਰੱਕ ਸਾਡੇ ਕੋਲ। ਪਰਸੋਂ ਸਾਡੀ ਡਿਊਟੀ ਹੈ ਤੇ ਅਸੀਂ ਲਗਾਤਾਰ ਜੋ ਵੀ ਸਾਡੇ ਕੋਲ ਹੋ ਸਕਦਾ, ਸਾਡੇ NRI ਭਰਾ ਆ ਉਹਨਾਂ ਦੇ ਸਹਿਯੋਗ ਨਾਲ, UK ਤੋਂ, ਸਾਊਥ ਹਾਲ ਤੋਂ, USA ਤੋਂ, ਸਾਰੇ NRI ਵੀਰ ਪਿੰਡ ਵਾਸੀ ਨਗਰ ਨਾਲ ਸਹਿਯੋਗ ਨਾਲ ਇਹ ਸਾਰੇ ਜਿਹੜੇ ਕਾਰਜ ਚੱਲ ਰਹੇ ਆ ਜੀ। ਕਿੰਨੇ ਕੁ ਜਿਹੜੇ ਤੁਹਾਡੇ ਮੈਂਬਰ ਨੇ ਜਿਹੜੇ ਉੱਥੋਂ ਆਏ ਨੇ, ਤੁਹਾਡੇ ਨਾਲ ਦੇ ਸਹਿਯੋਗ ਦੇ ਰਹੇ ਨੇ? ਕਿੰਨੇ ਕੁ ਟੀਮ ਤੁਹਾਡੀ ਤੁਸੀਂ ਆਏ ਹੋ ਇੱਥੇ? ਬ੍ਰਦਰ ਅਸੀਂ 25 ਬੰਦਿਆਂ ਦੀ 23 ਤੋਂ 25 ਬੰਦੇ ਤੇ ਡਿਊਟੀ ਤੇ ਨਿਭਿਓ। ਵਿੱਚ ਸਾਡੇ ਨਾਲ ਜਿਹੜੇ ਜੁੜੇ ਸੀ ਉਹ ਭਰਾ ਜਿੱਦਾਂ ਘਰਾਂ ਭਰਤੀ ਬੰਦੇ ਥੋੜ੍ਹੇ ਆ। ਤੁਸੀਂ ਜਾਣਦੇ ਕਿ ਦੁਆਬੇ ਦਾ ਜਿਹੜਾ ਏਰੀਆ ਆ ਉਹ ਬਹੁਤ ਗਿਣਤੀ ਵਿੱਚ NRI ਹੋ ਚੁੱਕਿਆ। ਪਰ NRI ਜਿਹੜਾ ਹਜੇ ਵੀ ਆਪਣੀ ਮਿੱਟੀ ਨਾਲ ਜੁੜਿਆ ਆ। ਜਿਨ੍ਹਾਂ ਬੱਚਿਆਂ ਨੇ ਹਜੇ ਆਪਣੇ ਜਿਹੜੇ ਇੱਥੋਂ ਚੱਕ ਕੇ ਲਿਮਟਾਂ ਤੋਂ ਕਰਜ਼ੇ ਲੈ ਕੇ ਵੀ ਗਏ ਸੀਗੇ, ਉਹਨਾਂ ਦੇ ਜਿਹੜੇ ਕਰਜ਼ੇ ਵੀ ਨਹੀਂ ਉਤਰੇ, ਉਹ ਫਿਰ ਵੀ ਆਪਣੇ ਜਿਨ੍ਹਾਂ ਦੇ ਸੰਘਰਸ਼ ਵਿੱਚ ਹਿੱਸਾ ਤਾਂ ਪਾ ਰਹੇ ਆ ਵੀ ਜਿਹਨਾਂ ਦੀ ਜ਼ਮੀਨ ਬਚੂਗੀ ਤਾਂ ਹੀ ਉਹ ਇੱਥੇ ਆਉਣ ਜੋਗੇ ਰਹੂਗੇ, ਨਹੀਂ ਤਾਂ ਉਹ ਆਪਣੀ ਮਿੱਟੀ ਤੋਂ ਵੀ ਦੂਰ ਹੋ ਜੂਗੇ। ਉਹ ਆਪਣੀ ਮਿੱਟੀ ਦਾ ਕਰਜ਼ ਵੀ ਉਤਾਰ ਰਹੇ। ਹਾਲਾਂਕਿ ਲਿਮਟਾਂ ਅਜੇ ਤੱਕ ਉਹਨਾਂ ਦੀਆਂ ਨਹੀਂ ਉਤਰੀਆਂ। ਪਰ ਜਿਹੜਾ ਮੀਡੀਆ ਆ, ਕੁਛ ਪੰਜਾਬੀ ਚੈਨਲਾਂ ਦਾ ਮੈਂ ਧੰਨਵਾਦ ਕਰਦਾ, ਜਾਂ ਕੋਈ ਪੰਜਾਬੀ ਜਾਂ ਕੁਝ ਜਿਹੜੇ ਕਿਸਾਨ ਪੱਖੀ ਚੈਨਲ ਆ, NDTV ਇੰਡੀਆ ਨੂੰ ਛੱਡ ਕੇ ਬਾਕੀ ਸਾਰਾ ਜਿਹੜਾ ਮੀਡੀਆ ਆ ਉਹ ਇਹਨਾਂ ਨੂੰ ਅੱਤਵਾਦੀ ਦਿਖਾਉਣ ਦੇ ਆ ਵੀ ਫੰਡਿੰਗ ਦੀ ਗੱਲ ਕਰ ਰਹੇ ਆ, ਕਦੇ ਕੁਛ ਕਰ ਰਹੇ ਆ। ਪਰ ਜਿਹੜੀ ਫੰਡਿੰਗ ਆ ਵੀਰ ਜੀ, ਜਿਹੜੀਆਂ ਹੁਣ ਪਾਰਟੀਆਂ ਨੂੰ ਫੰਡਿੰਗ ਹੁੰਦੀ ਆ, ਉਹਦੇ ਵਿੱਚ ਕੋਈ ਉਹਨਾਂ ਦਾ ਲਿਖਤੀ ਰੂਪ ਦੇ ਵਿੱਚ ਮੰਨਿਆ ਜਾਂਦਾ ਵੀ ਕੋਈ ਉਹਦਾ ਦੱਸਿਆ ਨਹੀਂ ਜਾਊਗਾ ਹਿਸਾਬ ਦਾ। ਪਰ ਜਿਹੜਾ ਕਿਸਾਨ ਨੂੰ ਜਾਂ ਸਾਡੇ ਵਰਗੇ ਨੋਰਮਲ ਬੰਦੇ ਨੂੰ ਇੱਕ ਵੀ ਪੈਸਾ ਹੁੰਦਾ, ਉਹਦੀ ਪੂਰਾ ਉਹਦਾ ਪ੍ਰਬੰਧ ਕੀਤਾ ਜਾਂਦਾ, ਇੱਕ ਪੈਸੇ ਦਾ ਹਿਸਾਬ ਲਿਆ ਜਾਂਦਾ। ਭਾਜਪਾ ਦੇ MP ਵੀ ਇਹ ਗੱਲਾਂ ਕਰ ਰਹੇ ਨੇ। ਰਮੇਸ਼ ਬਦੂੜੀ ਦਾ ਬਿਆਨ ਵੀ ਆਇਆ ਸੀ ਕਿ ਇਹ ਜਿਹੜਾ ਪੈਸਾ ਪਾਕਿਸਤਾਨ ਤੇ ਕੈਨੇਡਾ ਤੋਂ ਆ ਰਿਹਾ ਤੇ ਉਸ ਪੈਸੇ ਤੇ ਇਹ ਕਿਸਾਨ ਐਸ਼ ਕਰ ਰਹੇ ਨੇ। ਬ੍ਰਦਰ ਦੇਖੋ, ਤੁਹਾਨੂੰ ਮੈਂ ਪਹਿਲਾਂ ਜਿਹੜਾ ਭਾਜਪਾ ਦੇ RSS ਦਾ ਕੰਮ ਆ
ਉਹ ਪਹਿਲੇ ਹੀ ਪੰਜਾਬੀਆਂ ਨੂੰ ਤੁਹਾਨੂੰ ਪਤਾ ਹੈ, ਦੇਖੋ ਜੰਮੂ ਕਸ਼ਮੀਰ ਦੇ ਵਿੱਚ ਵੀ ਪੰਜਾਬੀ ਕੌਮ ਨੂੰ ਪੰਜਾਬੀ ਭਾਸ਼ਾ ਨੂੰ ਪਿੱਛੇ ਕੀਤਾ ਗਿਆ। ਇਹਨਾਂ ਦਾ ਆਰਐਸ ਤੇ ਭਾਜਪਾ ਦਾ ਕੰਮ ਹੀ ਇਹ ਆ। ਇਹਨਾਂ ਨੂੰ ਬਹੁਤ ਵੱਡੀ ਫੰਡਿੰਗ ਜਿਹੜੀ ਆ ਇਹ ਜਿਹੜੇ ਅੰਡਾਨੀ ਅਬਾਨੀਆਂ ਤੋਂ ਹੋ ਰਹੀ ਆ, ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਜਾ ਰਿਹਾ। ਇਹਨਾਂ ਦੇ ਲੱਖਾਂ ਹਜ਼ਾਰਾਂ ਕਰੋੜ ਬਾਹਰਲੀਆਂ ਬੈਂਕਾਂ 'ਚ ਪਏ ਆ। ਇਹਨਾਂ ਦਾ ਕਿੱਥੇ ਆ ਕਾਲਾ ਧਨ, ਕਿੱਥੇ ਇਹਨਾਂ ਦਾ 15 ਲੱਖ ਕਰੋੜ? ਇਹ ਸਾਨੂੰ ਕੁਝ ਸਮਝ ਨਹੀਂ ਲੱਗਦੀ। ਇਹਨਾਂ ਨਾਲ ਜਦੋਂ ਕਾਲੇ ਧਨ ਦੀ ਆਈ ਨੋਟਬੰਦੀ ਕੀਤੀ 99% ਪੈਸਾ ਜਮ੍ਹਾਂ ਹੋ ਗਿਆ, ਪਰ ਕਾਲਾ ਧਨ ਸਾਨੂੰ ਲੱਭਿਆ ਸਾਨੂੰ। ਹਰਵਿੰਦਰ ਜੀ, ਤੁਸੀਂ ਵੀ ਪਿੰਡ ਦੇ ਸਰਪੰਚ ਹੋ, ਤੁਸੀਂ ਲੋਕਾਂ ਨੂੰ ਤੁਹਾਡੇ ਤੋਂ ਉਮੀਦਾਂ ਹੁੰਦੀਆਂ ਨੇ ਕਿ ਸਾਡਾ ਜਿਹੜਾ ਪਹਿਲਾਂ ਤਾਂ ਮੇਨ ਤਾਂ ਪਿੰਡ ਦੇ ਵਿੱਚ ਸਰਪੰਚ ਦਾ ਕੰਮ ਹੁੰਦਾ। ਕੋਈ ਵੀ ਪਿੰਡ ਦੇ ਵਿੱਚ ਕੋਈ ਵਾਰਦਾਤ ਹੁੰਦੀ ਆ, ਕਿਸੇ ਨੂੰ ਜ਼ਰੂਰਤ ਹੁੰਦੀ ਆ, ਉਹ ਸਰਪੰਚ ਕੋਲ ਆਉਂਦਾ। ਜੇਕਰ ਸਰਪੰਚ ਉਹਦੇ ਮਸਲੇ ਦਾ ਹੱਲ ਨਾ ਕਰੇ ਤਾਂ ਉਹ ਕਹਿਣਗੇ ਅਸੀਂ ਬਣਾਇਆ ਸਰਪੰਚ, ਸਾਡੇ ਮਸਲੇ ਦਾ ਹੱਲ ਨਹੀਂ। ਐਵੇਂ ਹੀ ਦੇਸ਼ ਦੇ ਲੋਕਾਂ ਦੀ ਜਿਹੜੀਆਂ ਆਸਾਂ ਉਮੀਦਾਂ ਨੇ ਉਹ ਕੇਂਦਰ ਤੇ ਹੁੰਦੀਆਂ ਨੇ, ਪ੍ਰਧਾਨ ਮੰਤਰੀ ਤੇ, ਕਿਉਂਕਿ ਦੇਸ਼ ਦੇ ਲੋਕਾਂ ਨੇ ਉਹ ਬਣਾਇਆ। ਪਰ ਹੁਣ ਜਦੋਂ ਕੇਂਦਰ ਹੀ ਅਜਿਹੀਆਂ ਨੀਤੀਆਂ ਅਪਣਾਉਣ ਲੱਗ ਜਾਣ ਤਾਂ ਲੋਕ ਤਾਂ ਕਹਿਣਗੇ ਅਸੀਂ ਹੀ ਬਣਾਇਆ, ਸਾਡੇ ਤੇ ਹੀ ਅਜਿਹੇ ਲਾਗੂ ਕਰ ਰਹੇ ਨੇ। ਬ੍ਰਦਰ ਅੱਛੇ ਦਿਨ ਆਏਂਗੇ, ਅੱਛੇ ਦਿਨ ਆਏਂਗੇ। ਅੱਛੇ ਦਿਨ ਦੇ ਵਿੱਚ ਮੇਰੇ ਜਿਹੜੇ ਭਰਾ ਨਾਲ ਵੀ ਖੜੇ, ਮੈਨੂੰ ਲੱਗਦਾ ਇਹ ਵੀ ਉਲਝ ਗਏ ਹੋਣਗੇ ਅੱਛੇ ਦਿਨਾਂ ਦੇ ਵਿੱਚ। ਪਰ ਮੇਰਾ ਪੂਰਾ ਵਿਸ਼ਵਾਸ ਹੈ ਆਰਐਸ ਦੀ ਜਿਹੜੀ ਟੋਲੀ ਆ ਇਹ ਕਿਸੇ ਕੀਮਤ ਤੇ ਵੀ ਪੰਜਾਬੀਆਂ ਦੇ ਹੱਕ ਦੀ ਪੱਖ ਦੀ ਨਹੀਂ ਹੈਗੀ। ਇਹਨਾਂ ਨੇ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖੂੰਜੇ ਲਾਉਣਾ ਸੀ। ਪਰ ਜਿਹੜੇ ਅੱਛੇ ਦਿਨ ਆ ਮੈਨੂੰ ਨਹੀਂ ਕਿਤੇ ਵੀ ਮਿਲੇ। ਅੱਛੇ ਦਿਨ ਪਰ ਦਿਨ ਦੇਖੋ, ਜਦੋਂ ਮੈਂ ਕਿਸੇ ਸਰਕਾਰ ਦੀ ਹਮਾਇਤ ਨਹੀਂ ਕਰਦਾ ਇਸ ਟਾਈਮ, ਜਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਰੁਪਇਆ ਵੀ ਵਾਧਾ ਸੀ ਡੀਜ਼ਲ ਦਾ, ਕੋਈ ਬਾਬਾ ਰਾਮਦੇਵ ਹੋਏ ਜਾਂ ਹੋਰ ਜਿੰਨੇ ਜਗੇ ਆ ਕੇ ਬਹਿ ਜਾਂਦੇ ਸੀ। ਹੁਣ ਮੈਂ ਤਾਂ ਅੰਨਾ ਹਜ਼ਾਰੇ ਨੂੰ ਵੀ ਇੱਥੇ ਲੱਭ ਰਿਹਾ ਵੀ ਅੰਨਾ ਹਜ਼ਾਰੇ ਹੁਣੀ ਕਿੱਥੇ ਆ। ਹਾਲੇ ਵੀ ਅਲਟੀਮੇਟਮ ਦੇਈ ਜਾਂਦੇ ਸਰਕਾਰ ਨੂੰ। 1 ਮਹੀਨੇ ਤੋਂ ਕਿਸਾਨ ਸੜਕਾਂ ਤੇ ਠੰਡ 'ਚ ਤੜਫ ਰਿਹਾ। ਬਾਬਾ ਰਾਮਦੇਵ ਜੀ ਹੁਣੀ ਕਿੱਥੇ ਆ, ਜਿਨ੍ਹਾਂ ਦੇ ਪਤੰਜਲੀ ਪ੍ਰੋਡਕਟ ਸਾਡੇ ਪੰਜਾਬੀਆਂ ਨੇ ਕਾਮਯਾਬ ਕੀਤੇ। ਮੇਰੀ ਹੱਥ ਬੰਨ੍ਹ ਕੇ ਅਪੀਲ ਆ, ਪੰਜਾਬ ਹਰਿਆਣਾ ਜਿੰਨੇ ਵੀ ਕਿਸਾਨ ਪੱਖੀ ਮਜ਼ਦੂਰ ਪੱਖੀ ਬੰਦੇ ਆ, ਇਹਨਾਂ ਸਾਰੀਆਂ ਕੰਪਨੀਆਂ ਦਾ ਬਾਈਕਾਟ ਕੀਤਾ ਜਾਵੇ। ਖਾਸ ਕਰਕੇ ਬਾਬਾ ਰਾਮਦੇਵ ਹੁਣੀ ਵੀ ਜਿਹੜੇ ਉਹਨਾਂ ਨੂੰ ਸਵਦੇਸ਼ੀ ਨਹੀਂ ਕਹਿ ਸਕਦੇ, ਉਹ ਸਵਦੇਸ਼ੀਆਂ ਦੇ ਵਿੱਚ ਲੁਕਿਆ ਹੋਇਆ ਇੱਕ ਬੜਾ ਜਾਲ ਆ। ਅਸੀਂ ਇਹਨਾਂ ਤੋਂ ਦੂਰ ਹੋਣਾ ਚਾਹੁੰਦੇ ਹਾਂ। ਮੇਰੀ ਹੱਥ ਬੰਨ੍ਹ ਕੇ ਬੇਨਤੀ, ਇਹਨਾਂ ਸਾਰਿਆਂ ਦਾ ਬਾਈਕਾਟ ਕੀਤਾ ਜਾਵੇ। ਬਾਬਾ ਰਾਮਦੇਵ ਹੋਇਆ, ਅੰਨਾ ਹਜ਼ਾਰੇ ਹੋਇਆ, ਬਾਬਾ ਰਾਮਦੇਵ ਦਾ ਹਜੇ ਤੱਕ ਬਿਆਨ ਹੀ ਨਹੀਂ ਆਇਆ। ਅੰਨਾ ਹਜ਼ਾਰੇ ਇਹ ਕਹਿ ਰਿਹਾ ਜੀ ਮੈਂ ਅਲਟੀਮੇਟਮ ਦੇ ਰਿਹਾ। ਕਿਉਂ? ਕਿਸਾਨ ਮਾਰਿਆ, ਜਦੋਂ ਕਿਸਾਨ ਮਰ ਜੂਗਾ ਉਦੋਂ ਸਾਰੇ ਇਕੱਠੇ ਹੋਣਗੇ। ਸਾਨੂੰ ਬਹੁਤ ਦੁੱਖ ਹੈ। ਸਾਡੇ ਨਾਲ ਇਸ ਦੁੱਖ ਦੀ ਘੜੀ ਵਿੱਚ ਕੋਈ ਖੜਾ ਨਹੀਂ ਹੈਗਾ। ਜਦੋਂ ਦਾ ਦੇਸ਼ ਦਾ ਪੇਟ ਭਰਨ ਦੀ ਗੱਲ ਸੀ 1966 ਹਰੀ ਕ੍ਰਾਂਤੀ ਤੋਂ ਲੈ ਕੇ ਸਾਡਾ ਇਹਨਾਂ ਨੇ ਪਾਣੀ ਮੁਕਾ ਦਿੱਤਾ। ਸਾਡਾ ਜੇ ਹੁਣ ਅਸੀਂ ਕਿਸਾਨ ਸਾਡਾ ਜਿਹੜਾ ਐਨ ਮਾਰਨੇ ਦੇ ਕੰਢੇ ਤੇ ਖੜਾ ਆ, ਹੁਣ ਇਹਨਾਂ ਨੇ ਕਾਲੇ ਕਾਨੂੰਨ ਪਾਸ ਕਰਤੇ। ਅਸੀਂ ਜਾਈਏ ਤੋਂ ਜਾਈਏ ਕਿਤੇ। MSP ਦੀ ਗੱਲ ਕਰੀ ਜਾਂਦੇ। MSP ਬ੍ਰਦਰ 23 ਫਸਲਾਂ ਤੇ ਆਲਰੇਡੀ ਚੱਲ ਰਹੀ ਆ। ਆ ਮੇਰੇ ਵੀਰ ਸਾਰੇ ਕਿਸਾਨ ਵੀਰ ਖੜੇ ਆ। ਮੱਕੀ ਦਾ ਹਾਲ ਪੰਜਾਬ ਦੇ ਵਿੱਚ 800 ਤੋਂ 850 ਰੁਪਏ ਵਿਕੀ ਆ। ਉਹਦਾ ਹਾਲਾਂਕਿ MSP ਜਿਹੜਾ 1865 ਰੁਪਏ ਆ। ਹੋਰ ਦਾਲਾਂ ਲੈ ਲਓ, ਕਿਸੇ ਵੀ ਕੀਮਤ ਤੇ ਝੋਨਾ ਬੀਜਣ ਨੂੰ ਜਾਣ ਬੁੱਝ ਕੇ ਨਹੀਂ ਪ੍ਰੈਫਰ ਕਰ ਰਹੇ। ਅਸੀਂ ਆਪਣਾ ਪਾਣੀ ਵੇਚ ਰਹੇ ਹਾਂ ਇਹਨਾਂ ਨੂੰ। ਝੋਨਾ ਦਾ ਹੀ ਵੇਚ ਰਹੇ, ਪਾਣੀ ਵੇਚ ਰਹੇ ਹਾਂ। ਅਸੀਂ ਆਪਣਾ ਭਵਿੱਖ ਵੀ ਖਰਾਬ ਕਰ ਰਹੇ ਹਾਂ। ਪਰ ਸਰਕਾਰ ਦੀਆਂ ਨੀਤਾਂ 'ਚ ਕਮੀਆਂ। ਜੇ MSP ਦੇਣੀ ਤਾਂ ਉਹਨੂੰ ਪ੍ਰੋਪਰ ਵੇ ਨਾਲ ਦਵੇ ਤੇ ਹੋਰ ਫਸਲਾਂ ਤੇ ਵੀ ਵਧਾਵੇ, ਜਿਹਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਜਾਵੇ। ਨਹੀਂ ਤਾਂ ਇਸ ਤੋਂ ਹੋਰ ਬਗੈਰ ਕੋਈ ਹੱਲ ਹੈ ਨਹੀਂਗਾ ਜੀ। ਹੋਰ ਵੀ ਸਾਡੇ ਨਾਲ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੋਦੀ ਸਾਹਿਬ ਹਮੇਸ਼ਾ ਹੀ ਮਨ ਕੀ ਬਾਤ ਕਰਦੇ ਨੇ, ਪਰ ਹੁਣ ਕਿਸਾਨਾਂ ਦੇ ਮਨ ਕੀ ਬਾਤ ਕਿਉਂ ਨਹੀਂ ਸੁਣ ਰਹੇ? ਅਸਲ ਵਿੱਚ ਗੱਲ ਇਹ ਆ ਕਿ ਕਿਸਾਨਾਂ ਦੇ ਮਨ ਦੀ ਗੱਲ ਤਾਂ ਮੈਂ ਪਹਿਲਾਂ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੇ ਕਾਲੇ ਕਾਨੂੰਨ ਆ ਨਾ ਇਹ ਇਹਨਾਂ ਨੇ ਪਾਸ ਕੀਤੇ ਹੋਏ। ਆਪਾਂ ਸਾਰੇ ਕਹਿੰਦੇ ਆ ਕਿ ਕਾਲੇ ਕਾਨੂੰਨ ਪਾਸ ਕਰਤੇ, ਪਰ ਮੈਂ ਤੁਹਾਨੂੰ ਪਹਿਲਾਂ ਤੋਂ ਗੱਲ ਦੱਸਦਾ ਕਿ ਪੰਜਾਬ ਲਈ ਤਾਂ ਸਾਰੇ ਕਾਨੂੰਨ ਕਾਲੇ ਹੀ ਰਹੇ ਨੇ। 1947 ਤੋਂ ਲੈ ਕੇ ਜੇ ਵੰਡ ਦੀ ਗੱਲ ਕਰੀਏ ਅਸੀਂ ਤਾਂ ਵੰਡ ਹਿੰਦੁਸਤਾਨ ਦੀ ਨਹੀਂ ਹੋਈ, ਵੰਡ ਪੰਜਾਬ ਦੀ ਹੋਈ ਆ। ਇੱਕ ਬਹੁਤ ਵੱਡੀ ਸਟੇਟ ਸੀ ਇੰਡੀਆ ਦੀ, ਉਹਨੂੰ ਵੱਢ ਕੇ ਛੋਟਾ ਕਰ ਦਿੱਤਾ ਗਿਆ ਕਿਉਂਕਿ ਜਿਨ੍ਹਾਂ ਨੇ ਆਪਣੇ ਔਰੰਗਜ਼ੇਬ ਉਹਨਾਂ ਨੂੰ ਭਜਾਤਾ, ਗੋਰਿਆਂ ਨੂੰ ਭਜਾਤਾ, ਤੇ ਇਹਨਾਂ ਨੇ ਇਹ ਸਮਝਿਆ ਕਿ ਜੇਕਰ ਇਹ ਸਟੇਟ ਵੱਡੀ ਰਹੂਗੀ ਤਾਂ ਇਹ ਸਾਨੂੰ ਵੀ ਭਜਾਉਣਗੇ। ਇਸ ਕਰਕੇ ਇਹਨਾਂ ਨੇ ਪੰਜਾਬ ਨੂੰ ਛੋਟੀ ਸਟੇਟ ਬਣਾਤਾ ਤਾਂ ਕਿ ਬੋਲ ਨਾ ਸਕਣ। ਉਹਦੇ ਬਾਅਦ 'ਚ ਪੰਜਾਬ ਨੇ ਸਹਿਣ ਕੀਤਾ, 47 ਸਹਿਣ ਕੀਤੀ, 84 ਸਹਿਣ ਕੀਤੀ, ਅੱਤਵਾਦ ਸਹਿਣ ਕੀਤਾ, ਬਰਗਾੜੀਆਂ ਸਹਿਣ ਕੀਤੀਆਂ, ਤੇ ਹੁਣ ਇਹ ਸਾਡੇ ਉੱਤੇ ਕਾਲੇ ਕਾਨੂੰਨ ਥੋਪ ਰਹੇ ਨੇ। ਉਹਦੇ ਵਿੱਚ ਮੋਦੀ ਸਰਕਾਰ ਜੇਕਰ ਜਿੱਦਾਂ ਇਹਨਾਂ ਨੇ ਦਬਾਇਆ ਸੀਗਾ ਕਸ਼ਮੀਰ ਨੂੰ ਦਬਾ ਲਿਆ, ਪਰ ਮੋਦੀ ਸਾਹਿਬ ਇਹ ਪੰਜਾਬ ਨਹੀਂ ਦਬਣਾ। ਜਿੱਥੇ ਵੀ ਮਰਜ਼ੀ ਤੁਸੀਂ ਕਹ ਲਓ, ਜੇ ਪੰਜਾਬੀ ਦਬ ਜਾਣ ਜਿੱਥੇ ਵੀ ਆਪਣੇ ਇੰਡੀਆ ਦੇ ਵਿੱਚ ਬੈਠੇ ਆ, ਫਿਰ ਤਾਂ ਸਾਰਾ ਦੇਸ਼ ਹੀ ਦਬ ਗਿਆ। ਜੇਕਰ ਮੈਂ ਤਾਂ ਕਹਿਣਾ ਚਾਹੁੰਦਾ ਮਨ ਦੀ ਜਿਹੜੀ ਗੱਲ ਹੈ ਇਹ ਤੁਸੀਂ ਇੱਥੇ ਆ ਕੇ ਕਰੋ ਸਟੇਜ ਦੇ ਉੱਤੇ। ਸਿੰਘੂ ਬਾਰਡਰ ਤੇ ਬੈਠੇ ਨੇ ਮਜ਼ਦੂਰ ਕਿਸਾਨ ਬੈਠੇ ਨੇ, ਟਿੱਕਰੀ ਬਾਰਡਰ ਤੇ ਬੈਠੇ ਨੇ, ਇੱਥੇ ਆ ਕੇ ਤੁਸੀਂ ਮਨ ਦੀ ਗੱਲ ਕਰੋ। ਬਾਕੀ ਕਾਨੂੰਨਾਂ ਦੀ ਗੱਲ ਮੈਂ ਕਰਨੀ ਚਾਹੁੰਦਾ ਕਿ ਜੇਕਰ ਸਾਡੇ ਇੱਥੇ ਕਿਸੇ ਵੀ ਬੰਦੇ ਦੇ ਹੱਥ ਕਿਰਪਾਨ ਦਿਖ ਜਵੇ, ਸਾਨੂੰ ਖਾਲਿਸਤਾਨੀ ਕਹਿੰਦੇ ਨੇ। ਇਹ ਖਾਲਿਸਤਾਨੀ ਕਹਿੰਦੇ ਨੇ ਕਿਉਂਕਿ ਸਾਡੇ ਲਈ ਕਾਨੂੰਨ ਅਲੱਗ ਨੇ, ਔਰ RSS ਦੇ ਬੰਦਿਆਂ ਦੇ ਹੱਥ ਭਾਵੇਂ ਗਨ ਹੋਵੇ ਉਹ ਦੇਸ਼ ਭਗਤ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਵੀ ਸਾਡੇ ਚਲੋ ਹੀਰੋ ਵੀ ਆ ਕੌਮ ਦੇ, ਜੇਕਰ ਕਿਸੇ ਨੇ ਵੀ ਸਾਡੀ ਕੌਮ ਦੇ ਉੱਤੇ ਕਹਿਰ ਢਾਇਆ, ਚਾਹੇ ਉਹ ਬੇਅੰਤ ਸਿੰਘ ਸੀ, ਚਾਹੇ ਉਹ ਇੰਦਰਾ ਗਾਂਧੀ ਸੀ, ਪਰ ਸਮੇਂ ਦੇ ਉੱਤੇ ਸਾਡੇ ਯੋਧੇ ਪੈਦਾ ਹੋਏ ਨੇ। ਜੇਕਰ ਬੇਅੰਤ ਸਿੰਘ ਨੂੰ ਸੋਧਾ ਲਾਇਆ ਜਾਂ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਗਿਆ,
ਉਹਦੇ ਵਿੱਚ ਜੇਕਰ ਸਾਡੇ ਕੁਝ ਬੰਦੇ ਦੋਸ਼ੀ ਪਾਏ ਗਏ ਨੇ, ਜਿਹੜੀ ਟਾਡਾ ਲੱਗੀ ਸੀ, ਚਾਹੇ ਉਹ ਜਗਤਾਰ ਹਵਾਰਾ ਸੀ, ਚਾਹੇ ਪਰਮਜੀਤ ਸਿੰਘ ਭਿਓਰਾ ਸੀ, ਰਾਜੋਆਣਾ ਸੀ, ਟਾਡਾ ਸੰਜੇ ਦੱਤ ਤੇ ਵੀ ਲੱਗੀ ਸੀ। ਤੇ ਸੰਜੇ ਦੱਤ ਨੂੰ ਜ਼ਮਾਨਤਾਂ ਕਿਉਂ? ਸੰਜੇ ਦੱਤ ਦਾ ਕੇਸ ਕਿਉਂ ਮਾਫ ਹੋ ਗਿਆ? ਸਾਡੇ ਬੰਦਿਆਂ ਨੂੰ ਉਮਰ ਕੈਦ ਹੋਈ ਸੀ, ਉਸ ਟਾਈਮ ਉਮਰ ਕੈਦ 20 ਸਾਲ ਦੀ ਸੀ, ਔਰ ਜੇਕਰ ਛੁੱਟੀਆਂ ਕੱਟ ਕੇ ਜਾਂ ਦਿਨ ਰਾਤ ਦੀ ਸਜ਼ਾ ਕੱਟ ਕੇ 10 ਸਾਲ ਦੀ ਗਣੀ ਜਾਂਦੀ ਸੀ। ਪਰ 24 ਸਾਲ ਹੋ ਗਏ ਸਾਡੇ ਯੋਧਿਆਂ ਨੂੰ ਡੱਕਿਆ ਹੋਇਆ ਆ ਇਹਨਾਂ ਜੇਲ੍ਹਾਂ ਦੇ ਵਿੱਚ। ਸਾਡੇ ਲਈ ਕਾਨੂੰਨ ਕਿਹੜਾ ਆ? ਆਪਾਂ ਤਾਂ ਅੱਜ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ, ਪਰ ਸਾਡੇ ਲਈ ਪਹਿਲਾਂ ਤੋਂ ਸਾਰੇ ਕਾਲੇ ਕਾਨੂੰਨ ਨੇ। ਔਰ ਮੈਂ ਸਾਰੇ ਵੀਰਾਂ ਨੂੰ ਹੁਣ ਵੀ ਹਜੇ ਜਿਹੜੇ ਆਪਣੇ ਘਰਾਂ 'ਚ ਬੈਠੇ ਨੇ, ਚਾਹੇ ਉਹ ਇਹ ਜਿਹੜੀ ਰੋਟੀ ਦੀ ਲੜਾਈ ਆ ਇਕੱਲੀ ਕਿਸਾਨ ਦੀ ਲੜਾਈ ਨਹੀਂ ਹੈ, ਕਿਉਂਕਿ ਅਸੀਂ ਕਿਸਾਨ ਲੜ ਰਹੇ ਹਾਂ ਕਿ ਜਿਹੜਾ ਆਟਾ ਆ ਜੇ 25 ਰੁਪਏ ਮਿਲਦਾ ਤਾਂ 25 ਰੁਪਏ ਰਹੇ। ਪਰ ਜਿਹੜੀ ਸਰਕਾਰਾਂ ਦੀ ਚਾਲ ਆ, ਤੁਸੀਂ ਆਰਡੀਨੈਂਸ ਅਸੀਂ ਵੀ ਪੜ੍ਹੇ ਨੇ, ਉਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਕਾਰਪੋਰੇਟ ਘਰਾਣੇ ਹੈਗੇ ਆਪਣੀ ਮਰਜ਼ੀ ਨਾਲ ਆਟਾ ਵੇਚ ਸਕਦਾ। ਜਿਹੜਾ ਡਾਟਾ ਪਹਿਲਾਂ 99 ਰੁਪਏ ਸੀਗਾ, 199 ਰੁਪਏ, 299 ਰੁਪਏ ਹੋ ਗਿਆ। ਇਸੇ ਤਰ੍ਹਾਂ ਆਟੇ ਦਾ ਹਾਲ ਹੋਣਾ। ਇਸ ਕਰਕੇ ਜਿਹੜੇ ਮੇਰੇ ਵੀਰ ਹਲੇ ਵੀ ਘਰਾਂ ਦੇ ਵਿੱਚ ਬੈਠੇ ਨੇ, ਲਾਈਵ ਸੁਣੀ ਜਾਂਦੇ ਆ ਜਾਂ ਆਪਣੇ ਨਾ ਉਹ ਪੜ੍ਹਦੇ ਨੇ, ਮੈਂ ਕਹਿੰਦਾ ਜ਼ਰੂਰ ਨਿਕਲ ਕੇ ਆਓ, ਚਾਹੇ ਉਹ ਕਿਸਾਨ ਦਾ ਪੁੱਤ ਆ, ਚਾਹੇ ਕਿਸੇ ਦਾ ਵੀ ਪੁੱਤ ਹੈਗਾ ਜੀ। ਬਾਈ ਜੀ, ਹੁਣ ਕੇਂਦਰ ਸਰਕਾਰ ਜਿਹੜੀ ਨਵੇਂ ਤੋਂ ਨਵਾਂ ਪੈਂਤੜਾ ਬਣਾ ਰਹੀ ਆ, ਜਿਵੇਂ ਪਹਿਲਾਂ 6 ਮੀਟਿੰਗਾਂ ਹੋਈਆਂ, ਬੁਲਾਇਆ ਗਿਆ, ਕਿਸਾਨਾਂ ਨੂੰ ਬੇਸਿੱਟਾਂ ਨਿਕਲੀਆਂ, ਹੁਣ ਕਿਸਾਨਾਂ ਦੇ ਪਾਲੇ ਦੇ ਵਿੱਚ ਗੇਂਦ ਸੁੱਟਦੀ ਹੋਈ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ। ਪਹਿਲਾਂ ਚਿੱਠੀ ਭੇਜੀ ਬੀਤੇ ਦਿਨੀ, ਫਿਰ ਦੁਬਾਰਾ ਚਿੱਠੀ ਭੇਜੀ, ਪਰ ਚਿੱਠੀ ਉਹੀ ਪਹਿਲਾਂ ਵਾਲੀ ਚਿੱਠੀ ਆ। ਉਹਦੇ ਵਿੱਚ ਸਿਰਫ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਸੌਦਾ ਕਰਨ ਨੂੰ ਤਿਆਰ ਆ, MSP ਤੇ ਭਰੋਸਾ ਦੇਵਾਂਗੇ। ਯਾਨੀ ਕਿ ਕਿਸਾਨਾਂ ਤੇ ਸੁੱਟਦਾ, ਹੁਣ ਤਾਂ ਪਹਿਲਾਂ ਤਾਂ ਤਰੀਕ ਦੇ ਰਹੀ ਸੀ, ਸਮਾਂ ਦੇ ਰਹੀ ਸੀ ਕੇਂਦਰ ਸਰਕਾਰ ਕਿਸਾਨਾਂ ਨੂੰ, ਹੁਣ ਪਾਲੇ 'ਚ ਸੁੱਟ ਕੇ ਗੇਂਦ ਕਹਿ ਰਹੇ ਨੇ ਕਿ ਤੁਸੀਂ ਸਮਾਂ ਤੈਅ ਕਰੋ, ਤੁਸੀਂ ਤਰੀਕ ਤੈਅ ਕਰੋ। ਉਹਦੇ ਵਿੱਚ ਇੱਕ ਫਾਰਮੈਲਿਟੀ ਹੋ ਰਹੀ ਆ, ਕਿਉਂਕਿ ਵਰਲਡ ਲੈਵਲ ਤੇ ਦਬਾਅ ਬਹੁਤ ਹੈ ਮੋਦੀ ਤੇ ਵੀ। ਉਹ ਸਿਰਫ ਇੱਕ ਫਾਰਮੈਲਿਟੀ ਹੋ ਰਹੀ ਆ ਕਿ ਅਸੀਂ ਕਿਸਾਨਾਂ ਨੂੰ ਅਲਟੀਮੇਟਮ ਦੇ ਰਹੇ ਹਾਂ, ਪਰ ਉਹਦੇ ਵਿੱਚ ਹੈ ਕੁਝ ਨਹੀਂ। ਜੇਕਰ ਗੱਲ ਕਰਨੀ ਆ, ਕਿਸਾਨ ਕਿੱਥੇ ਜਾਣਗੇ ਜੀ? ਜੇ ਕਿਸਾਨ ਕਹਿੰਦੇ ਆ, ਉਹਨਾਂ ਨੇ ਇਹ ਕਿਹਾ ਕਿ ਕਿਸਾਨ ਸਾਨੂੰ ਕਹਿਣਗੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ, ਜਾਨੀ ਕਿੱਥੇ ਆਈਏ? ਕਿਸਾਨ ਸੱਦਦੇ ਇੱਥੇ ਸਟੇਜ ਤੇ। ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ, ਇਹਦੇ ਵਿੱਚ ਗੱਲ ਐਡ ਕਰਨ ਵਾਲੀ ਮੇਰੀ ਕਿਸਾਨ ਜਥੇਬੰਦੀ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਬਹੁਤ ਹੋ ਗਈਆਂ ਮੀਟਿੰਗਾਂ, ਹੁਣ ਉਹਨਾਂ ਨੂੰ ਸਟੇਜ ਤੇ ਸੱਦਿਆ ਜਾਵੇ। ਉਹਨਾਂ ਨੂੰ ਕਿਹਾ ਵੀ ਸਾਡੇ ਹੱਥੋਂ ਬਸੋਂ ਬਾਹਰ ਆ, ਤੁਸੀਂ ਜੇ ਮਨ ਕੀ ਬਾਤ ਕਰਨੀ ਜਾਂ ਕਿਸੇ ਤੋਮਰ ਨੇ ਗੱਲ ਕਰਨੀ ਆ, ਸਥਾਨ ਸਮਾਂ ਟਾਈਮ ਦੇ ਦਿੱਤਾ ਜਾਵੇ, ਸਟੇਜ ਦਿੱਤਾ, ਆਉਣਾ ਜਾਂ ਨਹੀਂ ਆਉਣਾ ਉਹ ਉਹਨਾਂ ਦੀ ਮਰਜ਼ੀ ਆ। ਅਸੀਂ ਭੁੱਖੇ ਨਹੀਂ ਹੈਗੇ ਉਹਨਾਂ ਦੇ ਮਗਰ ਬੱਸਾਂ 'ਚ ਬੈਠ ਕੇ ਉਹਨਾਂ ਕੋਲ ਜਾਈਏ। ਪਰ ਮੈਂ ਸਲੂਟ ਕਰਦਾ ਜਥੇਬੰਦੀਆਂ ਨੂੰ, ਆਪਣਾ ਖਾਣਾ ਲੈ ਕੇ ਗਏ, ਇਹਨਾਂ ਨੇ ਇੱਕ ਮੈਸੇਜ ਦਿੱਤਾ ਵੀ ਕਿਸਾਨ ਜਿਹੜਾ ਆਪਣੇ ਹੱਕ ਲਈ ਲੜ ਰਿਹਾ, ਨਾ ਕਿ ਤੁਹਾਡੀਆਂ ਤੁਹਾਡੀਆਂ ਚਾਪਲੂਸੀਆਂ ਕਰਨ ਦੇ ਲਈ। ਹੁਣ ਜਿਹੜਾ ਸਥਾਨ ਆ, ਸਮਾਂ ਆ, ਮੀਟਿੰਗ ਦਾ ਟਾਈਮ ਆ, ਉਹ ਸਟੇਜ ਦਾ ਦਿੱਤਾ ਜਾਵੇ ਜੀ। ਹੋਰ ਵੀ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਾਬਾ ਜੀ, ਚਲੋ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਜਿਵੇਂ ਇੱਦਾਂ ਲੱਗਦਾ ਸੀ ਪੰਜਾਬ ਸ਼ਾਇਦ ਸੁੱਤਾ ਪਿਆ ਸੀ ਜਾਂ ਬਾਕੀ ਦੇਸ਼, ਅੱਜ ਇਸ ਕਾਲੇ ਕਾਨੂੰਨ ਲਿਆਉਣ ਤੋਂ ਬਾਅਦ ਸਾਰਾ ਦੇਸ਼ ਜਾਗ ਗਿਆ। ਇੱਕ ਸਾਂਝੀ ਵਾਰਤਾ ਦਾ ਸੁਨੇਹਾ ਮਿਲ ਰਿਹਾ, ਭਾਵੇਂ ਕੋਈ ਮੁਸਲਿਮ ਭਾਈਚਾਰਾ ਹੋਵੇ, ਹਿੰਦੂ ਭਾਈਚਾਰਾ ਹੋਵੇ, ਸਿੱਖ ਈਸਾਈ ਸਾਰੇ ਇਕੱਠੇ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ ਵਿੱਚ ਜਿਹੜੀ ਅਰਧ ਆਜ਼ਾਦੀ ਸੀ ਨਾ, ਉਹਨੂੰ ਹੁਣ ਲੋਕਾਂ ਨੇ ਮਹਿਸੂਸ ਕੀਤਾ ਕਿ ਅਸੀਂ ਆਜ਼ਾਦ ਨਹੀਂ ਹਾਂ। ਆਜ਼ਾਦੀ ਸਿਰਫ ਕੁਝ ਲੀਡਰ ਹੀ ਮੰਨਦੇ ਆ, ਬਾਕੀ ਪੂਰਾ ਕਿਸਾਨ ਮਜ਼ਦੂਰ ਜਿੰਨੇ ਵੀ ਲੋਕ ਆ, ਅਸੀਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਅਸਲ ਵਿੱਚ ਜਕੜੇ ਹੋਏ ਆ। ਇਹ ਜਿਹੜੇ ਕਾਨੂੰਨ ਸਾਡੇ ਤੇ ਬਣਾ ਠੋਪ ਰਹੇ ਆ, ਇਹ ਤਾਂ ਇੱਕ ਡਰਾਮੇਬਾਜ਼ੀ ਕਰ ਰਹੇ ਆ। ਜੋ ਕੁਝ ਵੀ ਆ ਹੈ, ਅਸੀਂ ਪਹਿਲਾਂ ਤੋਂ 47 ਤੋਂ ਕੋਈ ਆਜ਼ਾਦ ਨਹੀਂ ਹੋਏ। ਆਜ਼ਾਦੀ ਇੱਕ ਸਿਰਫ ਸਾਡੇ ਲੀਡਰਾਂ ਨੂੰ ਮਿਲੀ ਕਿ ਇਹਨਾਂ ਨੂੰ ਗੱਡੀਆਂ ਮਿਲ ਗਈਆਂ, ਵਧੀਆ ਵਧੀਆ ਤਨਖਾਹਾਂ ਆਪਣੇ ਆਪ ਲੀਕ ਲੈਂਦੇ ਆ, ਲੱਖਾਂ ਰੁਪਈਆ, ਆਪਣੀਆਂ ਪੈਨਸ਼ਨਾਂ ਲੀਕ ਲਈਆਂ, ਕਿਸੇ ਵਾਸਤੇ ਕੋਈ ਵੀ ਵਧੀਆ ਪ੍ਰੋਗਰਾਮ ਨਹੀਂ ਲੀਕੇ ਗਏ। ਹੁਣ ਅਸਲ ਵਿੱਚ ਲੋਕਾਂ ਨੂੰ ਮਹਿਸੂਸ ਹੋਇਆ ਹੁਣ ਕਿ ਅਸੀਂ ਸੱਚਮੁੱਚ ਅਸੀਂ ਗੁਲਾਮ ਆ। ਹੁਣ ਉਹ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਸਤੇ ਇਹ ਪੂਰਾ ਕਿਸਾਨ ਮਜ਼ਦੂਰ ਇਕੱਠਾ ਹੋ ਗਿਆ ਪੂਰੇ ਇੰਡੀਆ ਲੈਵਲ ਦੇ ਉੱਤੇ। ਇਹ ਅਸੀਂ ਹੁਣ ਇਹਦੀਆਂ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਤੋੜ ਕੇ ਪਰੇ ਸਿੱਟ ਦਾਂਗੇ। ਇਹ ਜਿਹੜਾ ਵਾਇਰਸ ਆਇਆ ਸੀ ਨਾ ਕਰੋਨਾ ਦਾ, ਉਹਦੇ ਨਾਲੋਂ ਵੀ ਖਤਰ ਵਾਇਰਸ ਆ ਜਿਹੜਾ BJP ਦਾ। ਇਹ ਮੋਦੀ ਤਾਂ ਇੱਕ ਉਹਦਾ ਅੰਸ਼ ਆ ਛੋਟਾ ਜਿਹਾ, ਬਾਕੀ ਪਿੱਛੇ RSS ਪੂਰਾ ਇੱਕ ਜਿਹੜਾ ਸੰਗਠਨ ਆ ਇਹ ਕੰਮ ਕਰਦਾ। ਹੁਣ ਇਹਨਾਂ ਨੂੰ ਪਤਾ ਲੱਗ ਜਾਊ ਜਦੋਂ ਪੂਰਾ ਕਿਸਾਨ ਮਜ਼ਦੂਰ ਜਾਂ ਸਾਡਾ ਜਿੰਨਾ ਵੀ ਸੈਕਟਰ ਹੈਗਾ, ਹਰ ਧਰਮ ਦਾ ਵਰਗ ਆ, ਉਹ ਜਾਗ ਚੁੱਕਿਆ। ਹੁਣ ਇਹਨਾਂ ਨੂੰ ਪੂਰਾ ਦੁਨੀਆ ਦੇ ਵਿੱਚ ਚਾਨਣ ਹੋ ਗਿਆ। ਹੁਣ ਪੂਰੇ ਦੇ ਵਿੱਚ ਇਹਨਾਂ ਨੂੰ ਵੀ ਪਤਾ ਲੱਗਾ। ਹੁਣ ਇਹ ਚਾਹੁੰਦੇ ਆ ਵੀ ਦਬਾ ਕੇ ਸ਼ਾਇਦ ਫਿਰ ਦਬਾ ਕੇ ਅਸੀਂ ਇਹਨਾਂ ਨੂੰ ਕੰਮ ਕਰਾ ਲਾਂਗੇ, ਪਰ ਉਹ ਕੰਮ ਨਹੀਂ ਹੋਣਾ। ਹੁਣ ਦੁਨੀਆ ਐਨ ਇਹਨਾਂ ਨੂੰ ਸਿਰੇ ਲਾ ਦਊਗੀ। ਹੁਣ ਇਹ ਥੋੜਾ ਲੰਮਾ ਚੱਲੂਗਾ, ਕਰ ਲਵੇ ਜੋ ਇਹਨ ਕਰਨਾ। ਅਸੀਂ ਵੀ ਹਿੱਲਣ ਵਾਲੇ ਸਿਰ ਲਾ ਦਾਂਗੇ। ਅਸੀਂ ਸਾਡੇ ਬੇਸ਼ੱਕ ਸਿਰ ਲੱਗ ਜਾਣ ਤੇ ਅਸੀਂ ਮੁੜਦੇ ਨਹੀਂ ਹੁਣ ਪਿੱਛੇ।
ਹਾਂ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ। ਸੋ ਬਿਲਕੁਲ ਹਰ ਕੋਈ ਇਹੀ ਗੱਲ ਕਹਿ ਰਿਹਾ ਕਿ ਹੁਣ ਭਾਵੇਂ ਸਾਨੂੰ ਆਪਣੀਆਂ ਜਾਨਾਂ ਤੱਕ ਵਾਰਨੀਆਂ ਪੈਣ, ਪਰ ਅਸੀਂ ਇਹ ਖੇਤੀ ਕਾਨੂੰਨਾਂ ਦੀ ਜਿਹੜੀ ਲੜਾਈ ਆ ਲੜਾਂਗੇ ਤੇ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ। ਸਰਕਾਰ ਦੇ ਵੱਲੋਂ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ, ਪਰ ਉਹ ਚਿੱਠੀਆਂ ਦੇ ਉੱਤੇ ਇਹਨਾਂ ਨੇ ਕਿਹਾ ਕਿ ਉਹ ਸਿਰਫ ਇੱਕ ਫਾਰਮੈਲਿਟੀ ਕਰ ਰਹੇ ਨੇ ਤਾਂ ਜੋ ਦੇਖਿਆ ਜਾਵੇ, ਤਾਂ ਜੋ ਕਿਹਾ ਜਾਵੇ ਕਿ ਅਸੀਂ ਤਾਂ ਆਪਣੇ ਵੱਲੋਂ ਚਿੱਠੀਆਂ ਭੇਜ ਰਹੇ ਸੀ, ਪਰ ਕਿਸਾਨਾਂ ਦੇ ਪੱਖ ਦੇ ਵਿੱਚ ਕੋਈ ਗੱਲ ਨਹੀਂ ਉਹਨਾਂ ਚਿੱਠੀਆਂ ਦੇ ਵਿੱਚ ਜਿਹੜੀ ਲਿਖੀ ਗਈ। ਕਿਸਾਨਾਂ ਦਾ ਵੀ ਇਹੀ ਕਹਿਣਾ, ਪਹਿਲਾਂ ਵੀ ਮੀਟਿੰਗਾਂ ਹੋਈਆਂ ਸੀ, ਹੁਣ ਵੀ ਚਿੱਠੀਆਂ ਦਾ ਦੌਰ ਸ਼ੁਰੂ ਹੋ ਗਿਆ। ਦੇਖਣਾ ਹੋਵੇਗਾ ਕਿ ਆਖਿਰ ਕਦੋਂ ਤੱਕ ਇਹ ਦੇਸ਼ ਦਾ ਅੰਨਦਾਤਾ ਐਵੇਂ ਹੀ ਸੜਕਾਂ ਤੇ ਆਪਣੀਆਂ ਰਾਤਾਂ ਕੱਟਣ ਨੂੰ ਮਜਬੂਰ ਹੁੰਦਾ, ਜਾਂ ਫਿਰ ਕੇਂਦਰ ਸਰਕਾਰ ਕਦੋਂ ਇਸ ਅੰਨਦਾਤਾ ਦੀ ਪੁਕਾਰ ਸੁਣੇਗੀ। ਲਗਾਤਾਰ ਬਣੇ ਰਹੋ D5 ਦੇ ਨਾਲ, ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।